ਅੱਜ ਅਸੀਂ ਵਿਸ਼ਾ ਪੰਜਾਬੀ ਸ਼੍ਰੇਣੀ 10ਵੀਂ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਧਰਤੀ ਹੇਠਲਾ ਬਲਦ ਪੜਾਂਗੇ। ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੋਣਾ ਚਾਹੀਦਾ ਕਿ ਕਹਾਣੀ ਕੀ ਹੁੰਦੀ ਆ। ਕਹਾਣੀ ਕਹਿਣਾ ਤੇ ਸੁਣਨਾ ਮਨੁੱਖ ਦੀ ਜਮਾਂਦਰੂ ਪ੍ਰਵਿਰਤੀ ਹੈ। ਇਸ ਲਈ ਕਹਾਣੀ ਦੀ ਪਰੰਪਰਾ ਓਨੀ ਹੀ ਪੁਰਾਣੀ ਹੈ ਜਿੰਨਾ ਪੁਰਾਣਾ ਸਾਡਾ ਜੀਵਨ। ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ, ਉਸਦੇ ਭਾਵ ਵਿਚਾਰ ਵੀ ਬਦਲਦੇ ਗਏ। ਇਸ ਦੇ ਨਾਲ ਹੀ ਉਸਦੀਆਂ ਕਹਾਣੀਆਂ ਦੇ ਰੂਪ ਵੀ ਬਦਲਦੇ ਗਏ। ਦੰਦ ਕਥਾ, ਕਾਲ ਦੀਆਂ ਬਨਾਵਟੀ ਕਹਾਣੀਆਂ ਅਤੇ ਰਿਗਵੇਦ ਦੀਆਂ ਕਹਾਣੀਆਂ ਤੋਂ ਸ਼ੁਰੂ ਹੋ ਕੇ ਉਪਨਿਸ਼ਦਾਂ, ਪੁਰਾਣਾਂ, ਪੰਚਤੰਤਰ, ਜਾਤਕ ਕਥਾਵਾਂ ਤੇ ਪ੍ਰਕਿਰਤਿਕ ਭਾਸ਼ਾਵਾਂ ਦੀਆਂ ਕਹਾਣੀਆਂ ਰਾਹੀਂ ਗੁਜ਼ਰਦੀ ਹੋਈ ਕਹਾਣੀ ਹੁਣ ਵਾਲੇ ਆਧੁਨਿਕ ਰੂਪ ਵਿੱਚ ਪੁੱਜੀ ਹੈ। ਕਹਾਣੀ ਕੇਵਲ ਮਨੋਰੰਜਨ ਹੀ ਨਹੀਂ ਕਰਦੀ, ਸਗੋਂ ਸਿੱਖਿਆ ਵੀ ਪ੍ਰਦਾਨ ਕਰਦੀ ਹੈ। ਸਭ ਥਾਵਾਂ ਤੇ ਕਹਾਣੀ ਦਾ ਬੋਲਬਾਲਾ ਹੈ। ਇਸ ਦਾ ਪ੍ਰਯੋਗ ਸਕੂਲਾਂ ਵਿੱਚ ਵੀ ਖੁੱਲ੍ਹ ਕੇ ਕੀਤਾ ਜਾਂਦਾ ਹੈ। ਅੱਜ ਅਸੀਂ ਕਹਾਣੀ ਪੜਾਂਗੇ ਧਰਤੀ ਹੇਠਲਾ ਬਲਦ। ਕਹਾਣੀ ਧਰਤੀ ਹੇਠਲਾ ਬਲਦ ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਹੈ। ਅੱਜ ਅਸੀਂ ਥੋੜਾ ਕੁਲਵੰਤ ਸਿੰਘ ਵਿਰਕ ਦੇ ਜੀਵਨ ਬਾਰੇ ਝਾਤ ਮਾਰਾਂਗੇ। ਕੁਲਵੰਤ ਸਿੰਘ ਵਿਰਕ ਦਾ ਜਨਮ 1921 ਈਸਵੀ ਵਿੱਚ ਮਾਤਾ ਸ਼੍ਰੀਮਤੀ ਈਸਰ ਕੌਰ ਅਤੇ ਪਿਤਾ ਸ੍ਰੀ ਆਸਾ ਸਿੰਘ ਦੇ ਘਰ ਪਿੰਡ ਫੁੱਲਰਵਾਨ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ। FC ਕਾਲਜ ਲਾਹੌਰ ਤੋਂ BA ਪਾਸ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ MA ਪੜ੍ਹਦਿਆਂ ਹੀ ਉਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਚਿਰ ਉਹਨਾਂ ਨੇ ਫੌਜ ਵਿੱਚ ਲੈਫਟੀਨੈਂਟ ਦੀ ਨੌਕਰੀ ਕੀਤੀ ਅਤੇ ਸ਼ਰਨਾਰਥੀ ਕੈਂਪਾਂ ਦੀ ਕਮਾਂਡਰੀ ਵੀ ਕੀਤੀ। ਪੰਜਾਬ ਸਰਕਾਰ ਦੇ ਮਾਸਿਕ ਪੱਤਰ ਜਾਗਰਤੀ ਦੇ ਸੰਪਾਦਕ ਵੀ ਰਹੇ। ਵਿਰਕ ਦੇ ਕਹਾਣੀ ਸੰਗ੍ਰਹਿ ਕਿਹੜੇ ਕਹਾਣੀ ਸੰਗ੍ਰਹਿ? ਸ਼ਾਹ ਵੇਲਾ, ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਦੁੱਧ ਦਾ ਛੱਪੜ, ਇੱਕ ਸਕੇ ਹੰਬਾਰੀ, ਗੋਲਾ, ਨਵੇਂ ਲੋਕ ਹਨ। ਉਹਨਾਂ ਦੀਆਂ ਕਹਾਣੀਆਂ ਦੇਸ਼ ਵੰਡ ਸੰਬੰਧੀ ਹਨ। ਵਿਰਕ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਰਕੇ ਜਾਣਿਆ ਜਾਂਦਾ ਹੈ। ਨਿੱਕੀ ਕਹਾਣੀ ਦਾ ਕਿਹੜਾ ਲੇਖਕ ਜਾਣਿਆ ਜਾਂਦਾ ਹੈ? ਵੱਡਾ। ਵਿਰਕ ਜੀ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਨਵੇਂ ਲੋਕ ਕਹਾਣੀ ਸੰਗ੍ਰਹਿ, ਕਿਹੜੇ ਲੇਖ? ਨਵੇਂ ਲੋਕ ਉੱਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ। ਭਾਸ਼ਾ ਵਿਭਾਗ ਪਟਿਆਲਾ ਨੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ। ਜਿਹੜੀ ਕਹਾਣੀ ਬੱਚੋ ਅੱਜ ਅਸੀਂ ਪੜ੍ਹਨੀ ਆ, ਧਰਤੀ ਹੇਠਲਾ ਬਲਦ, ਕੁਲਵੰਤ ਸਿੰਘ ਵਿਰਕ ਹੋਣਾ ਦੀ ਬਹੁਤ ਹੀ ਚਰਚਿਤ ਕਹਾਣੀ ਹੈ ਤੇ ਇਹਨੂੰ ਟੈਲੀਵਿਜ਼ਨ ਦੇ ਉੱਤੇ ਵੀ ਵਿਖਾਇਆ ਜਾ ਚੁੱਕਾ ਹੈ। ਸੋ ਅਸੀਂ ਹੁਣ ਕਹਾਣੀ ਬਾਰੇ ਥੋੜਾ ਜਾਣਾਂਗੇ। ਧਰਤੀ ਹੇਠਲਾ ਬਲਦ ਕੁਲਵੰਤ ਸਿੰਘ ਵਿਰਕ ਦੇ ਕਹਾਣੀ ਸੰਗ੍ਰਹਿ ਦੁੱਧ ਦਾ ਛੱਪੜ ਵਿੱਚੋਂ ਲਈ ਗਈ ਹੈ। ਇਸ ਕਹਾਣੀ ਵਿੱਚ ਬਾਪੂ ਜੋ ਕਰਮ ਸਿੰਘ ਫੌਜੀ ਦਾ ਪਿਤਾ ਹੈ ਦੀ ਧੌਲ ਵਰਗੀ ਜਰਨ ਸ਼ਕਤੀ ਦਾ ਵਿਖਾਲਾ ਕੀਤਾ ਗਿਆ ਹੈ। ਉਸਦੇ ਸ਼ਹੀਦ ਹੋਏ ਫੌਜੀ ਪੁੱਤਰ ਦਾ ਦੋਸਤ ਮਾਨ ਸਿੰਘ ਘਰ ਮਹਿਮਾਨ ਵਜੋਂ ਆਉਂਦਾ ਹੈ। ਜਦੋਂ ਮਾਨ ਸਿੰਘ ਆਪਣੇ ਦੋਸਤ ਦੀਆਂ ਫੌਜ ਵਿੱਚ ਮਚਾਈਆਂ ਧੁੰਮਾਂ ਦੀ ਗੱਲ ਕਰਦਾ ਹੈ, ਉਸ ਸਮੇਂ ਪਿਤਾ ਦੇ ਦਿਲ ਵਿੱਚ ਭਾਵੇਂ ਦਾਤੀਆਂ ਵੱਜਦੀਆਂ ਹਨ, ਪਰ ਉਹ ਆਏ ਮਹਿਮਾਨ ਦੇ ਸਵਾਗਤ ਵਿੱਚ ਕਿਸੇ ਕਿਸਮ ਦੀ ਫਿੱਕ ਨਹੀਂ ਪੈਣ ਦੇਣਾ ਚਾਹੁੰਦਾ। ਉਹ ਅਤੇ ਉਸਦਾ ਸਾਰਾ ਪਰਿਵਾਰ ਉਸਦੀ ਚੁੱਪ ਚਪੀਤੇ ਖਾਤਰਦਾਰੀ ਕਰੀ ਜਾਂਦੇ ਹਨ। ਉਹਨਾਂ ਦੀ ਇਹ ਚੁੱਪ ਮਾਨ ਸਿੰਘ ਨੂੰ ਖਟਕਦੀ ਹੈ। ਮਾਨ ਸਿੰਘ ਨੂੰ ਡਾਕੀਏ ਦੇ ਆਉਣ ਤੇ ਜਦੋਂ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਬਾਪੂ ਦੀ ਤੁਲਨਾ ਧਰਤੀ ਹੇਠਲਾ ਬਲਦ ਨਾਲ ਕਰਦਾ ਹੈ, ਜਿਸ ਨੇ ਸਾਰੀ ਧਰਤੀ ਦਾ ਭਾਰ ਆਪਣੇ ਸਿੰਗਾਂ ਤੇ ਚੁੱਕਿਆ ਹੋਇਆ ਹੈ। ਸੋ ਬੱਚਿਓ, ਸਾਨੂੰ ਕਹਾਣੀ ਬਾਰੇ ਪਤਾ ਲੱਗਦਾ ਹੈ ਕਿ ਮਾਨ ਸਿੰਘ ਦਾ ਦੋਸਤ ਕਰਮ ਸਿੰਘ ਜੋ ਕਿ ਫੌਜ ਵਿੱਚ ਸ਼ਹੀਦ ਹੋ ਚੁੱਕਾ ਹੈ, ਤੇ ਜਦੋਂ ਮਾਨ ਸਿੰਘ ਉਸਦੇ ਪਿੰਡ ਜਾਂਦਾ ਹੈ ਤੇ ਉਸਦਾ ਬਾਪ, ਉਸਦੇ ਘਰ ਦੇ ਮੈਂਬਰ ਸਾਰੇ ਹੀ ਉਸ ਤੋਂ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਬੱਚਿਓ, ਅਸੀਂ ਪੂਰੀ ਕਹਾਣੀ ਤੇ ਚਾਨਣਾ ਪਾਵਾਂਗੇ, ਫਿਰ ਅਸੀਂ ਅਭਿਆਸ ਤੇ ਦੁਹਰਾਈ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਬੱਚਿਓ ਅਸੀਂ ਕਹਾਣੀ ਨੂੰ ਪੜਾਂਗੇ, ਸੁਣਾਂਗੇ। ਬਰਮਾ ਦੇ ਫਰੰਟ ਤੋਂ ਫੌਜ ਵਿੱਚੋਂ ਛੁੱਟੀ ਕੱਟਣ ਆਇਆ ਕੌਣ? ਕਰਮ ਸਿੰਘ ਦਾ ਦੋਸਤ ਮਾਨ ਸਿੰਘ ਬੜੇ ਚਾਅ ਨਾਲ ਆਪਣੇ ਦੋਸਤ ਦੇ ਘਰ ਜਾਂਦਾ।
ਜਦੋਂ ਹੀ ਉਸਦੇ ਪਿੰਡ ਠੱਠੀ ਖਾਰੇ ਪਹੁੰਚਦਾ ਵਾ, ਉਸਦੇ ਪਹੁੰਚਣ ਤੋਂ ਪਹਿਲਾਂ ਹੀ ਕਰਮ ਸਿੰਘ ਦੇ ਘਰ ਉਸਦੀ ਲੜਾਈ ਬਾਰੇ ਖਬਰ ਪਹੁੰਚ ਚੁੱਕੀ ਸੀ। ਮਾਨ ਸਿੰਘ ਨੇ ਉੱਥੇ ਆਉਣ ਤੇ ਕਰਮ ਸਿੰਘ ਦਾ ਬਾਪੂ ਖੁਸ਼ ਨਹੀਂ ਹੋਇਆ, ਸਗੋਂ ਬੇਚੈਨ ਹੋ ਗਿਆ। ਕਰਮ ਸਿੰਘ ਦੀ ਮਾਂ ਜੇਕਰ ਉਸ ਲਈ ਚਾਹ ਲਿਆਈ ਤਾਂ ਉਸਨੇ ਵੀ ਉਸ ਵਿੱਚ ਕੋਈ ਵੀ ਦਿਲਚਸਪੀ ਜ਼ਾਹਿਰ ਨਾ ਕੀਤੀ ਵੀ ਉਸਦੇ ਪੁੱਤਰ ਦਾ ਦੋਸਤ ਆਇਆ ਹੈ। ਮਾਨ ਸਿੰਘ ਮਨ ਦੇ ਮਨ ਸੋਚ ਰਿਹਾ ਸੀ ਕਿ ਮਝੈਲ ਲੋਕ ਕਿਹੋ ਜਿਹੇ ਨੇ, ਇਹਨੇ ਨੂੰ ਗਰਮ। ਮਾਨ ਸਿੰਘ ਮਨ ਹੀ ਮਨ ਅਜੇ ਸੋਚ ਹੀ ਰਿਹਾ ਸੀ ਕਿ ਉਸੇ ਟਾਈਮ ਕਰਮ ਸਿੰਘ ਦਾ ਛੋਟਾ ਭਰਾ ਜਸਵੰਤ ਸਿੰਘ ਵੀ ਆ ਗਿਆ। ਮਾਨ ਸਿੰਘ ਉਹਨਾਂ ਨਾਲ ਆਪਣੇ ਦੋਸਤ ਦੀਆਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਉਹ ਉਸ ਨੂੰ ਆਪਣੀ ਦੋਸਤੀ, ਉਸਦੇ ਚੰਗੇ ਸੁਭਾਅ, ਨਿਸ਼ਾਨੇਬਾਜ਼ੀ ਤੇ ਜਾਪਾਨੀਆਂ ਨੂੰ ਮਾਰਨ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਣਾ ਚਾਹੁੰਦਾ ਸੀ, ਪਰ ਉਹਨਾਂ ਵੱਲੋਂ ਕੋਈ ਵੀ ਹੁੰਗਾਰਾ ਨਹੀਂ ਮਿਲ ਰਿਹਾ ਸੀ, ਜਿਸ ਕਰਕੇ ਮਾਨ ਸਿੰਘ ਬੜੀ ਨਿਰਾਸ਼ਤਾ ਵਿੱਚ ਹੋ ਗਿਆ ਸੀ। ਉਸਨੇ ਕਰਮ ਸਿੰਘ ਦੇ ਘਰੋਂ ਜਾਣ ਦਾ ਮਨ ਹੀ ਮਨ ਵਿਚਾਰ ਬਣਾ ਲਿਆ। ਉਸਨੇ ਤਰਨਤਾਰਨ ਜਾਣ ਲਈ ਕਰਮ ਸਿੰਘ ਦੇ ਬਾਪ ਕੋਲੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਤੁਸੀਂ ਸਵੇਰੇ ਜਸਵੰਤ ਸਿੰਘ ਨਾਲ ਚਲੇ ਜਾਇਓ। ਅਗਲੇ ਦਿਨ ਜਦੋਂ ਉਹ ਜਸਵੰਤ ਸਿੰਘ ਨਾਲ ਤਰਨਤਾਰਨ ਨੂੰ ਗਿਆ, ਮਾਨ ਸਿੰਘ ਦੇ ਮਨ ਦੇ ਵਿੱਚ ਇੱਛਾ ਸੀ ਕਿ ਉਹ ਰਾਹ ਵਿੱਚ ਮਿਲਣ ਵਾਲੇ ਕਿਸੇ ਬੰਦੇ ਕੋਲ ਖੜਾ ਹੋਵੇ। ਕੁਝ ਕੁੱਟਿਆ ਹੀ ਰਿਹਾ। ਅਗਲੇ ਦਿਨ ਜਦੋਂ ਉਹ ਜਸਵੰਤ ਸਿੰਘ ਨਾਲ ਤਰਨਤਾਰਨ ਨੂੰ ਗਿਆ, ਮਾਨ ਸਿੰਘ ਦੀ ਇੱਛਾ ਦੇ ਉਲਟ ਉਹ ਰਾਹ ਵਿੱਚ ਮਿਲਣ ਵਾਲੇ ਕਿਸੇ ਬੰਦੇ ਕੋਲ ਖੜਾ ਵੀ ਨਾ ਹੋਇਆ ਤੇ ਕੁਝ ਕੁੱਟਿਆ ਹੀ ਰਿਹਾ। ਜੇਕਰ ਉਸਨੇ ਕਰਮ ਸਿੰਘ ਦੀ ਕਿਸੇ ਫੌਜੀ ਪ੍ਰਾਪਤੀ ਦੀ ਗੱਲ ਛੇੜੀ ਤਾਂ ਉਸਨੂੰ ਪੁੱਛਿਆ ਕਿ ਉਹ ਕਿਉਂ ਨਹੀਂ ਫੌਜ ਵਿੱਚ ਭਰਤੀ ਹੋਇਆ, ਤਾਂ ਉਸਨੇ ਗੱਲ ਚਰੀਆਂ ਕਮਾਦਾਂ ਸੰਬੰਧੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤਰਨਤਾਰਨੋਂ ਵਾਪਸ ਆ ਕੇ ਮਾਨ ਸਿੰਘ ਵਾਪਸ ਜਾਣ ਦੀਆਂ ਸਲਾਹਾਂ ਵਿੱਚ ਹੀ ਸੀ ਕਿ ਉੱਥੇ ਡਾਕੀਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆ ਗਿਆ, ਜਿਸ ਤੋਂ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਬਾਰੇ ਪਤਾ ਲੱਗਾ। ਉਹ ਅਥਰੂ ਕੇਰਨ ਲੱਗ ਪਿਆ। ਉਸਨੂੰ ਬੜਾ ਦੁੱਖ ਹੋਇਆ। ਜਦੋਂ ਉਸਨੇ ਕਰਮ ਸਿੰਘ ਦੇ ਬਾਪ ਨੂੰ ਪੁੱਛਿਆ ਕਿ ਉਸਨੇ ਉਸਨੂੰ ਕਰਮ ਸਿੰਘ ਦੀ ਮੌਤ ਬਾਰੇ ਪਹਿਲਾਂ ਕਿਉਂ ਨਹੀਂ ਦੱਸਿਆ, ਤਾਂ ਬਾਪੂ ਨੇ ਉੱਤਰ ਦਿੱਤਾ ਕਿ ਉਹ ਉਸਦੀ ਛੁੱਟੀ ਦੀ ਖੁਸ਼ੀ ਨੂੰ ਖਰਾਬ ਨਹੀਂ ਸਨ ਕਰਨਾ ਚਾਹੁੰਦੇ। ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਉਹਨਾਂ ਸੋਚਿਆ ਸੀ ਕਿ ਆਪੇ ਛੁੱਟੀ ਖਤਮ ਹੋਣ ਤੋਂ ਬਾਅਦ ਜਦੋਂ ਪਲਟਨ ਵਿੱਚ ਜਾਵੇਗਾ ਤਾਂ ਉੱਥੋਂ ਸੁਣ ਲਵੇਗਾ ਤੇ ਉੱਥੇ ਪਤਾ ਲੱਗ ਜਾਏਗਾ ਕਿ ਕਰਮ ਸਿੰਘ ਸ਼ਹੀਦ ਹੋ ਗਿਆ ਹੈ। ਘਰ ਦੇ ਲੋਕਾਂ ਲਈ ਤਾਂ ਔਖਾ ਵੀ ਬਹੁਤ ਹੁੰਦਾ ਹੈ, ਪਰ ਉਹ ਗੱਲ ਲੁਕਾਉਣ ਵਿੱਚ ਕਾਮਯਾਬ ਨਹੀਂ ਹੋਏ। ਹੁਣ ਮਾਨ ਸਿੰਘ ਦੇ ਅੱਗੇ ਸਾਰੀ ਗੱਲ ਸਪਸ਼ਟ ਹੋ ਚੁੱਕੀ ਸੀ। ਬਾਪੂ ਤੇ ਘਰ ਦੇ ਬਾਕੀ ਜੀ ਉਸਦੇ ਆਉਣ ਦੀ ਬਹੁਤੀ ਖੁਸ਼ੀ ਨਹੀਂ ਸੀ ਕਰ ਰਹੇ। ਉਹ ਉਸ ਦੁਆਰਾ ਆਪਣੇ ਦੋਸਤ ਕਰਮ ਸਿੰਘ ਬਾਰੇ ਕੀਤੀਆਂ ਗੱਲਾਂ ਵਿੱਚ ਵੀ ਦਿਲਚਸਪੀ ਕਿਉਂ ਨਹੀਂ ਸੀ ਦਿਖਾ ਰਹੇ। ਇਹਨਾਂ ਸਾਰੀਆਂ ਗੱਲਾਂ ਦਾ ਮਾਨ ਸਿੰਘ ਨੂੰ ਫਿਰ ਉਸ ਟਾਈਮ ਪਤਾ ਲੱਗ ਜਾਂਦਾ ਹੈ ਕਿ ਕਿਉਂ ਇਹ ਸਾਰਾ ਕੁਝ ਮੇਰੇ ਨਾਲ ਵਾਪਰ ਰਿਹਾ ਸੀ। ਜਦੋਂ ਮਾਨ ਸਿੰਘ ਨੇ ਹੁਣ ਉੱਥੋਂ ਵਾਪਸ ਜਾਣ ਦੀ ਗੱਲ ਸੋਚੀ, ਜਦੋਂ ਉੱਥੋਂ ਚੱਲ ਪਿਆ, ਵਾਪਸ ਜਾਂਦਿਆਂ ਰਾਹ ਵਿੱਚ ਮਾਝੇ ਦੇ ਪਿੰਡਾਂ ਦੁਆਲੇ ਬਚਾ ਲਈ ਉਹ ਸਾਰੇ ਕਿਲਿਆਂ, ਕੋਟ ਤੇ ਥਾਂ ਵਿਦੇਸੀ ਧਾੜੀਆਂ ਦਾ ਟਾਕਰਾ ਕਰਦਿਆਂ ਸ਼ਹੀਦ ਹੋਏ ਸਿਰਲੱਥ ਵਿਅਕਤੀਆਂ ਦੀਆਂ ਮੜੀਆਂ ਤੇ ਸਮਾਧਾਂ ਦੇਖੀਆਂ ਤਾਂ ਉਸਨੂੰ ਸਮਝ ਲੱਗੀ ਕਿ ਕਰਮ ਸਿੰਘ ਦੇ ਬਾਪੂ ਦੀ ਸਹਿਣ ਸ਼ਕਤੀ ਇੰਨੀ ਜ਼ਿਆਦਾ ਕਿਉਂ ਸੀ। ਉਹ ਤਾਂ ਦੂਜਿਆਂ ਨੂੰ ਹੌਲਾ ਰੱਖਣ, ਦੂਜਿਆਂ ਨੂੰ ਖੁਸ਼ ਰੱਖਣ ਲਈ ਤੇ ਆਪ ਦੁੱਖ ਝੱਲਣ ਲਈ ਤਿਆਰ ਬੈਠਾ ਸੀ। ਉਸਨੇ ਸੁਣਿਆ ਹੋਇਆ ਸੀ ਕਿ ਧਰਤੀ ਹੇਠਾਂ ਇੱਕ ਬਲਦ ਹੈ, ਜਿਸ ਨੂੰ ਸਤੌਲ ਵੀ ਕਹਿੰਦੇ ਹਾਂ, ਜੋ ਆਪਣੇ ਸਿਰ ਉੱਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਹੈ। ਉਸਨੂੰ ਲੱਗਾ ਕਿ ਕਰਮ ਸਿੰਘ ਦਾ ਬਾਪੂ ਉਹ ਧੌਲ ਸੀ ਜਿਹੜਾ ਦੁੱਖ ਦੇ ਭਾਰ ਥੱਲੇ ਦੱਬਿਆ ਹੋਇਆ ਵੀ ਦੂਜਿਆਂ ਦੇ ਸੁੱਖ
ਤੇ ਖੁਸ਼ੀ ਲਈ ਸਾਰਾ ਭਾਰ ਆਪ ਹੀ ਚੁੱਕਣਾ ਚਾਹੁੰਦਾ ਸੀ। ਸੋ ਬੱਚਿਓ, ਇਹ ਸੀ ਸਾਡੀ ਸਾਰੀ ਕਹਾਣੀ। ਤੇ ਇਹ ਕਹਾਣੀ ਦੇ ਵਿੱਚ ਅਸੀਂ ਕੀ ਪੜ੍ਹਿਆ, ਕੀ ਸਿੱਖਿਆ ਕਿ ਕਿਵੇਂ ਫੌਜ ਵਿੱਚ ਸ਼ਹੀਦ ਹੋ ਚੁੱਕੇ ਕਰਮ ਸਿੰਘ ਦੇ ਬਾਪੂ ਨੇ ਉਸਦੇ ਆਏ ਹੋਏ ਦੋਸਤ ਮਾਨ ਸਿੰਘ ਨੂੰ ਕੋਈ ਵੀ ਗੱਲ ਜਿਹੜੀ ਆ ਉਸਦੇ ਸ਼ਹੀਦ ਹੋਣ ਬਾਰੇ ਨਹੀਂ ਦੱਸੀ, ਸਗੋਂ ਉਸਦੀ ਛੁੱਟੀ ਖਰਾਬ ਨਾ ਹੋਵੇ ਕੋਈ ਵੀ ਗੱਲ ਨਾ ਕੀਤੀ, ਕਿਉਂਕਿ ਉਸਨੇ ਸੋਚਿਆ ਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਦੂਜਿਆਂ ਨੂੰ ਖੁਸ਼ੀ ਹਮੇਸ਼ਾ ਹੀ ਦਿੰਦੇ ਰਹਿਣਾ ਤੇ ਆਪ ਸਾਰੇ ਦੁੱਖ ਨੂੰ ਝੱਲ ਲੈਣਾ, ਇਸ ਕਹਾਣੀ ਦੇ ਵਿੱਚ ਸਾਰਾ ਕੁਝ ਇਹ ਬਿਆਨ ਕੀਤਾ ਗਿਆ ਵਾ। ਤੇ ਉਸਦੇ ਬਾਪ ਦੀ ਤੁਲਨਾ, ਕਰਮ ਸਿੰਘ ਦੇ ਬਾਪ ਦੀ ਤੁਲਨਾ ਜਿਵੇਂ ਧਰਤੀ ਹੇਠਲਾ ਬਲਦ ਆ ਉਹਦੇ ਨਾਲ ਕੀਤੀ ਹੈ। ਤੇ ਮੈਨੂੰ ਲੱਗਦਾ ਕਿ ਬੱਚਿਓ ਤੁਹਾਨੂੰ ਕਹਾਣੀ ਜਿਹੜੀ ਆ ਉਹ ਸਮਝ ਲੱਗ ਗਈ ਹੋਏਗੀ। ਤੇ ਹੁਣ ਅਸੀਂ ਅਭਿਆਸ ਕਰਾਂਗੇ, ਕੁਝ ਪ੍ਰਸ਼ਨ ਦੀ ਅਸੀਂ ਦੁਹਰਾਈ ਵੀ ਕਰਾਂਗੇ। ਸਭ ਤੋਂ ਪਹਿਲਾਂ ਬੱਚਿਓ, ਪਹਿਲਾ ਪ੍ਰਸ਼ਨ ਅਸੀਂ ਕਰਾਂਗੇ ਕਿ ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ। ਅਸੀਂ ਕਹਾਣੀ ਵਿੱਚ ਪੜ੍ਹਿਆ ਵਾ ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ। ਸੋ ਸਾਰੇ ਬੱਚੇ ਉੱਤਰ ਦੇਣਗੇ, ਨਹੀਂ ਤਾਂ ਪੈਨ ਕਾਪੀ ਲੈ ਕੇ ਲਿਖਣਗੇ। ਕਰਮ ਸਿੰਘ ਮਿੱਠੀ ਜ਼ਬਾਨ ਵਾਲਾ, ਪੱਕਾ ਨਿਸ਼ਾਨਚੀ, ਚੁਸਤ ਸਰੀਰ ਵਾਲਾ, ਪਰਿਵਾਰ ਨਾਲ ਮੋਹ ਰੱਖਣ ਵਾਲਾ ਤੇ ਸਵੇਰੇ ਛੇਤੀ ਨਾ ਉੱਠਣ ਵਾਲਾ ਵਿਅਕਤੀ ਸੀ। ਤੇ ਫਿਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਸਾਡੀ ਕਹਾਣੀ ਖਤਮ ਹੋ ਜਾਂਦੀ ਹੈ ਤੇ ਉਹਦੀ ਮੌਤ ਨਾਲ ਇੱਕ ਦੁਖਾਂਤ ਜਿਹੜਾ ਵਾ ਉਹ ਪ੍ਰਗਟ ਹੁੰਦਾ ਹੈ। ਹਾਂਜੀ, ਪ੍ਰਸ਼ਨ ਨੰਬਰ 2 ਅਸੀਂ ਕਰਾਂਗੇ ਬੱਚਿਓ। ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਖਰਾਬ ਹੋਣ ਤੋਂ ਬਚਾਉਣ ਲਈ ਉਸ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਸੀ। ਕਰਮ ਸਿੰਘ ਦੇ ਘਰਦਿਆਂ ਨੇ ਮਾਨ ਸਿੰਘ ਦੀ ਛੁੱਟੀ ਦਾ ਸਵਾਦ ਖਰਾਬ ਹੋਣ ਤੋਂ ਬਚਾਉਣ ਲਈ ਉਸ ਨਾਲ ਇਹੋ ਜਿਹਾ ਵਿਵਹਾਰ ਕੀਤਾ ਕਿ ਉਹ ਸਾਰੇ ਮੈਂਬਰ ਹੀ ਉਸ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਸਨ, ਪਰ ਕਰਮ ਸਿੰਘ ਦੇ ਸ਼ਹੀਦ ਹੋਣ ਦੀ ਜਿਹੜੀ ਖਬਰ ਸੀ ਉਹਨੂੰ ਲੁਕਾ ਕੇ ਰੱਖਿਆ ਉਹਨਾਂ ਨੇ, ਉਸ ਗੱਲ ਨੂੰ ਉਸ ਦੇ ਨਾਲ ਨਾ ਕੀਤਾ। ਪ੍ਰਸ਼ਨ ਨੰਬਰ 3, ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਿਹੜੀ ਗੱਲ ਛੁਪਾਈ ਤੇ ਕਿਉਂ? ਕਿਹੜੀ ਗੱਲ ਛੁਪਾਈ ਸੀ? ਤੁਹਾਨੂੰ ਸਭ ਨੂੰ ਪਤਾ, ਅਸੀਂ ਕਹਾਣੀ ਪੜ੍ਹੀ। ਉਹ ਗੱਲ ਸੀ ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਤੋਂ ਕਰਮ ਸਿੰਘ ਦੇ ਲੜਾਈ ਵਿੱਚ ਸ਼ਹੀਦ ਹੋਣ ਦੀ ਖਬਰ ਛੁਪਾਈ, ਇਸ ਕਰਕੇ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਮਾਨ ਸਿੰਘ ਦੀ ਛੁੱਟੀ ਖਰਾਬ ਹੋਵੇ, ਕਿਉਂਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ। ਅੱਗੇ ਪ੍ਰਸ਼ਨ ਕਰਾਂਗੇ ਅਸੀਂ ਬੱਚਿਓ। ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਕਿਉਂ ਕਰਨੀਆਂ ਚਾਹੁੰਦਾ ਸੀ? ਤੁਹਾਨੂੰ ਸਭ ਨੂੰ ਪਤਾ ਵਾ ਕਿ ਉਹਦੇ ਮਨ ਦੇ ਵਿੱਚ ਬੜੇ ਵਿਚਾਰ ਸੀ ਕਿ ਮੈਂ ਜਾ ਕੇ ਕਰਮ ਸਿੰਘ ਦੀਆਂ ਗੱਲਾਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝੀਆਂ ਕਰਾਂ। ਸੋ ਅਸੀਂ ਉੱਤਰ ਵਿੱਚ ਕੀ ਦੇਵਾਂਗੇ? ਮਾਨ ਸਿੰਘ ਆਪਣੇ ਮਿੱਤਰ ਕਰਮ ਸਿੰਘ ਦੀਆਂ ਰੱਜ ਕੇ ਗੱਲਾਂ ਇਸ ਕਰਕੇ ਕਰਨੀਆਂ ਚਾਹੁੰਦਾ ਸੀ ਕਿਉਂਕਿ ਉਸਦਾ ਗੂੜਾ ਕੀ ਸੀ? ਮਿੱਤਰ, ਤੇ ਉਸ ਨੂੰ ਉਸਦੇ ਜੀਭ ਦੇ ਰਸ ਹਰਮਨ ਪਿਆਰੇ ਹੋਣ, ਪੱਕੇ ਨਿਸ਼ਾਨਚੀ ਹੋਣ ਅਤੇ ਲੜਾਈ ਵਿੱਚ ਪ੍ਰਾਪਤੀਆਂ ਕਰਕੇ ਬੜਾ ਮਾਣ ਸੀ। ਇਸ ਕਰਕੇ ਉਹ ਉਹਨਾਂ ਨਾਲ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸੀ। ਹਾਂਜੀ, ਅੱਗੇ ਬੱਚਿਓ ਅਸੀਂ ਕਰਾਂਗੇ ਪ੍ਰਸ਼ਨ। ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬਲਦ ਕਿਉਂ ਕਿਹਾ? ਕਿਉਂ ਕਿਹਾ ਬੱਚਿਓ? ਤੁਹਾਨੂੰ ਸਭ ਨੂੰ ਪਤਾ ਵਾ। ਕਰਮ ਸਿੰਘ ਦੇ ਬਾਪੂ ਨੇ ਮਾਨ ਸਿੰਘ ਨੂੰ ਦੱਸਿਆ ਕਿ ਉਹ ਕਰਮ ਸਿੰਘ ਦੀ ਮੌਤ ਬਾਰੇ ਦੱਸ ਕੇ ਉਹਦੀ ਛੁੱਟੀ ਦਾ ਸਵਾਦ ਖਰਾਬ ਨਹੀਂ ਸੀ ਕਰਨਾ ਚਾਹੁੰਦਾ। ਇਹ ਸੁਣ ਕੇ ਉਸਦੇ ਪਿੰਡੋਂ ਵਾਪਸ ਮੁੜਦੇ ਮਾਨ ਸਿੰਘ ਨੇ ਜਦੋਂ ਰਾਹ ਵਿੱਚ ਕੀ ਦੇਖਿਆ ਸੀ? ਪਿੰਡਾਂ ਦੇ ਦੁਆਲੇ ਬਣੇ ਕਿਲੇ ਕੋਟ ਦੇਖੇ, ਥਾਂ ਥਾਂ ਬਣੀਆਂ ਸ਼ਹੀਦਾਂ ਦੀਆਂ ਸਮਾਧਾਂ ਦੇਖੀਆਂ, ਤਾਂ ਉਸਨੇ ਅੰਦਾਜ਼ਾ ਲਾ ਲਿਆ ਕਿ ਉਸਦੇ ਬਾਪੂ ਦੀ ਵੀ ਸਹਿਣ ਸ਼ਕਤੀ ਇੰਨੀ ਹੀ ਹੈ। ਉਸਨੇ ਸੁਣਿਆ ਸੀ ਕਿ ਇੱਕ ਬਲਦ ਹੈ ਜੋ ਆਪਣੇ ਸਿੰਗਾਂ ਉੱਤੇ ਕੀ ਚੁੱਕ ਕੇ ਰੱਖਦਾ ਵਾ? ਧਰਤੀ ਦਾ ਭਾਰ। ਉਸਨੇ ਅਨੁਭਵ ਕੀਤਾ ਕਿ ਕਰਮ ਸਿੰਘ ਦਾ ਬਾਪੂ ਵੀ ਇੱਕ ਬਲਦ ਹੈ ਜਿਹੜਾ ਦੂਜਿਆਂ ਨੂੰ ਸੁੱਖ ਦੇਣ ਲਈ ਦੁੱਖ ਦਾ ਭਾਰ ਆਪ ਚੁੱਕਣਾ ਚਾਹੁੰਦਾ ਹੈ। ਇਸੇ ਕਾਰਨ ਲੇਖਕ ਕਰਮ ਸਿੰਘ ਦੇ ਬਾਪੂ ਨੂੰ ਧਰਤੀ ਹੇਠਲਾ ਬਲਦ ਕਹਿੰਦਾ ਹੈ। ਹੁਣ ਅਸੀਂ ਸੰਖੇਪ ਪ੍ਰਸ਼ਨ ਉੱਤਰਾਂ ਦੀ ਦੁਹਰਾਈ ਕਰਾਂਗੇ।
ਧਰਤੀ ਹੇਠਲਾ ਬਲਦ ਕਹਾਣੀ ਦਾ ਲੇਖਕ ਕੌਣ ਹੈ? ਕੁਲਵੰਤ ਸਿੰਘ ਵਿਰਕ। ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ? ਧਰਤੀ ਹੇਠਲਾ ਬਲਦ। ਮਾਨ ਸਿੰਘ ਕਿਸ ਕਹਾਣੀ ਦਾ ਪਾਤਰ ਹੈ? ਧਰਤੀ ਹੇਠਲਾ ਬਲਦ। ਧਰਤੀ ਹੇਠਲਾ ਬਲਦ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ। ਮਾਨ ਸਿੰਘ, ਕਰਮ ਸਿੰਘ ਦਾ ਬਾਪੂ। ਧਰਤੀ ਹੇਠਲਾ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਮਾਨ ਸਿੰਘ। ਮਾਨ ਸਿੰਘ ਦਾ ਪਿੰਡ ਕਿਹੜਾ ਸੀ? ਚੂਹੜਕਾਣਾ। ਠੱਠੀ ਖਾਰਾ ਪਿੰਡ ਕਿੱਥੇ ਹੈ? ਅੰਮ੍ਰਿਤਸਰ ਦੇ ਕੋਲ। ਮਾਨ ਸਿੰਘ ਕਿੱਥੋਂ ਛੁੱਟੀ ਲੈ ਕੇ ਆਇਆ ਸੀ? ਫੌਜ ਵਿੱਚੋਂ। ਮਾਨ ਸਿੰਘ ਦੇ ਦੋਸਤ ਦਾ ਨਾਂ ਕੀ ਸੀ? ਕਰਮ ਸਿੰਘ। ਕਰਮ ਸਿੰਘ ਦਾ ਪਿੰਡ ਕਿਹੜਾ ਸੀ? ਠੱਠੀ ਖਾਰਾ। ਕਰਮ ਸਿੰਘ ਫੌਜ ਵਿੱਚ ਕੀ ਕਰਦਾ ਸੀ? ਹੌਲਦਾਰ ਸੀ। ਮਾਨ ਸਿੰਘ ਫੌਜ ਵਿੱਚ ਕੀ ਕਰਦਾ ਸੀ? ਨਾਇਕ ਸੀ। ਕਿਸ ਪਾਤਰ ਦੀ ਜੀਭ ਵਿੱਚ ਬਹੁਤ ਰਸ ਸੀ? ਕਰਮ ਸਿੰਘ। ਕਰਮ ਸਿੰਘ ਦਾ ਗੋਲੀ ਦਾ ਨਿਸ਼ਾਨਾ ਕਿਹੋ ਜਿਹਾ ਸੀ? ਪੱਕਾ। ਕਰਮ ਸਿੰਘ ਦੇ ਛੋਟੇ ਭਰਾ ਦਾ ਨਾਂ ਕੀ ਸੀ? ਜਸਵੰਤ ਸਿੰਘ। ਮਾਨ ਸਿੰਘ ਕਿਸ ਦੇ ਨਾਲ ਤਰਨਤਾਰਨ ਗਿਆ? ਜਸਵੰਤ ਸਿੰਘ ਨਾਲ। ਡਾਕੀਆ ਕਿਸ ਦੀ ਪੈਨਸ਼ਨ ਦੇ ਕਾਗਜ਼ ਲੈ ਕੇ ਆਇਆ ਸੀ? ਕਰਮ ਸਿੰਘ ਦੀ। ਮਾਨ ਸਿੰਘ ਨੂੰ ਕਿਸ ਤੋਂ ਪਤਾ ਲੱਗਾ ਕਿ ਕਰਮ ਸਿੰਘ ਮਾਰਿਆ ਜਾ ਚੁੱਕਾ ਹੈ? ਡਾਕੀਏ ਤੋਂ। ਬਾਪੂ ਨੇ ਕਿਸ ਨੂੰ ਘਰ ਬੈਠਾ ਦੇਖ ਕੇ ਸਮਝ ਲਿਆ ਕਿ ਕਰਮ ਸਿੰਘ ਦੀ ਮੌਤ ਦੀ ਗੱਲ ਹੁਣ ਮਾਨ ਸਿੰਘ ਤੋਂ ਛਿਪੀ ਨਹੀਂ ਰਹੇਗੀ? ਡਾਕੀਏ ਨੂੰ। ਕਰਮ ਸਿੰਘ ਦੇ ਮਾਪਿਆਂ ਨੇ ਮਾਨ ਸਿੰਘ ਦੀ ਛੁੱਟੀ ਖਰਾਬ ਨਾ ਕਰਨ ਲਈ ਉਸ ਤੋਂ ਕਿਸ ਦੀ ਮੌਤ ਦੀ ਖਬਰ ਛੁਪਾਉਣ ਦਾ ਯਤਨ ਕੀਤਾ ਸੀ? ਕਰਮ ਸਿੰਘ ਦੀ। ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪ ਕੀ ਪ੍ਰਤੀਤ ਹੋਇਆ? ਧਰਤੀ ਹੇਠਲਾ ਬਲਦ। ਇਹ ਸੀ ਸਾਡੇ ਦੁਹਰਾਈ ਲਈ ਪ੍ਰਸ਼ਨ ਉੱਤਰ। ਬੱਚਿਓ, ਹੁਣ ਅਸੀਂ ਕਰਾਂਗੇ ਕਹਾਣੀ ਦਾ ਸਾਰ। ਸਾਰ ਵਿੱਚ ਅਸੀਂ ਪਿਆਰੇ ਵਿਦਿਆਰਥੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੋ ਕਹਾਣੀ ਪੜ੍ਹੀ ਹੈ ਉਸ ਨੂੰ ਬਿਆਨ ਕਰਾਂਗੇ। ਅੱਗੇ ਅਸੀਂ ਹੁਣ ਕਰਾਂਗੇ ਸ਼ਬਦ ਅਰਥ। ਰੈਜੀਮੈਂਟ, ਫੌਜੀ ਜਥਾ, ਜੋ ਇੱਕ ਕਰਨਲ ਦੇ ਅਧੀਨ ਹੁੰਦਾ ਹੈ। ਫਰੰਟ, ਸੀਮਾ, ਸਰਹੱਦ, ਲੜਾਈ ਦਾ ਮੋਰਚਾ, ਅਗਲਾ ਪਾਸਾ। ਮੁੱਢ ਕਤੀਬਾਂ ਤੋਂ, ਬਹੁਤ ਪੁਰਾਣੇ ਸਮੇਂ ਤੋਂ, ਆਦਿ ਕਾਲ ਤੋਂ। ਘੋੜਾ, ਬੰਦੂਕ ਦਾ ਉਹ ਪੁਰਜਾ ਜਿਸ ਨੂੰ ਦਬਾਉਣ ਤੇ ਗੋਲੀ ਚੱਲਦੀ ਹੈ। ਤਰਾਸ ਤਰਾਸ ਕਰਦਾ, ਡਰਦਾ, ਸਹਿਮਿਆ ਹੋਇਆ, ਦੁਹਾਈ ਦਿੰਦਾ। ਧੌਲ, ਇੱਕ ਮਿਥਿਹਾਸਿਕ ਬਲਦ ਜਿਸ ਦੇ ਸਿੰਗਾਂ ਉੱਤੇ ਧਰਤੀ ਖਲੋਤੀ ਦੱਸੀ ਜਾਂਦੀ ਹੈ। ਸੂਲ ਵਾਂਗ ਚੁਭਣਾ, ਬਹੁਤ ਤਿੱਖਾ ਦਰਦ ਹੋਣਾ। ਗੱਡਾ, ਸੋ ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇੱਕ ਦੋਸਤ ਆਪਣੇ ਦੂਜੇ ਦੋਸਤ ਦੇ ਘਰ ਜਾਂਦਾ ਹੈ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਸ ਦੀਆਂ ਗੱਲਾਂ, ਉਸ ਦੀਆਂ ਸਿਫਤਾਂ ਕਰਨੀਆਂ ਚਾਹੁੰਦਾ ਹੈ, ਪਰ ਉਹ ਸਾਰਾ ਕੁਛ ਉਹਨੂੰ ਮਾਹੌਲ ਉੱਥੇ ਨਹੀਂ ਮਿਲਦਾ। ਤੇ ਲੇਖਕ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਕਹਾਣੀ ਨੂੰ ਬੜੇ